ਇਹ ਬੱਚਾ ਸਾਡੇ ਕੋਲ ਆਇਆ ਰਾਤ ਨੂੰ। ਇਹਨੇ ਇੱਕ ਸੂਈ ਸਾਹ ਦੇ ਰਸਤੇ ਵਿੱਚ ਲੈ ਲਈ ਸੀ। ਜਦੋਂ ਆਇਆ ਤੇ ਇਹਨੂੰ ਉਲਟੀਆਂ ਕਾਫੀ ਆਈਆਂ ਤੇ ਸਾਹ ਦੇ ਵਿੱਚ ਵੀ ਥੋੜ੍ਹੀ ਪ੍ਰੋਬਲਮ ਸੀਗੀ। ਐਕਸਰੇ ਬਾਹਰੋਂ ਹੀ ਹੋ ਕੇ ਆਇਆ ਸੀ ਤਾਂ ਐਕਸਰੇ ਦੇ ਵਿੱਚ ਦਿਖ ਰਿਹਾ ਸੀ ਕਿ ਲੰਬੀ ਜਿਹੀ ਸੂਈ ਸੀ। ਜਿਹੜੀ ਕਿ ਸਾਨੂੰ ਸਾਹ ਦੇ ਰਸਤੇ ਵਿੱਚ ਦਿਖ ਰਹੀ ਸੀ, ਟ੍ਰੇਕੀਆ ਦੇ ਵਿੱਚ ਦਿਖ ਰਹੀ ਸੀ। ਫਿਰ ਅਸੀਂ ਦੂਰਬੀਨ ਦੇ ਨਾਲ ਬ੍ਰੌਂਕੋਸਕੋਪੀ ਜਿਹਨੂੰ ਅਸੀਂ ਕਹਿੰਦੇ ਬ੍ਰੌਂਕੋਸਕੋਪਿਕਲੀ ਉਸ ਨੂੰ ਰਿਮੂਵ ਕੀਤਾ। ਉਹ ਬੇਸਿਕਲੀ ਇੱਕ ਲੰਬੀ ਜਿਹੀ ਸੂਈ ਸੀ, ਉਹਦੇ ਐਂਡ ਦੇ ਵਿੱਚ ਇੱਕ ਪਲਾਸਟਿਕ ਬੀਡ ਸੀ। 10 तारीख की सुबह 11 बजे मेरा बच्चा मेरे पास आया और अचानक से उल्टियाँ करने लगा। फिर मैंने इसके हाथ में धागे वाली रील देखी, उसमें एक और सुई लगी हुई थी। तो एक्चुअली घर से फ़ोन आया था कि बच्चा उल्टी कर रहा है। तो उसके बाद सब कुछ उन्होंने कहा कि नहीं अब ठीक है, बच्चा खेलने कूदने लगा, खाना वाना खाया सोया। फिर जब मैं शाम को घर पहुँचा तो फिर देखा कि फिर से उल्टी कर रहा है। हाँ जी, ऑपरेट दूरबीन ਦੇ ਨਾਲ ਅਸੀਂ ਸਾਹ ਦੇ ਰਸਤੇ ਵਿੱਚੋਂ ਇਹਨੂੰ ਦੂਰਬੀਨ ਦੇ ਨਾਲ ਦੇਖ ਕੇ ਉਸ ਦੂਰਬੀਨ ਦੇ ਨਾਲ ਹੀ ਕੱਢਤਾ। ਬਾਕੀ ਕੋਈ ਚੀਰਾ ਵਗੈਰਾ ਕੁਝ ਹੋਰ ਨਹੀਂ ਦਿੱਤਾ। ਮੇਰਾ ਨਾਮ ਡਾਕਟਰ ਵਿਸ਼ਾਲ ਮਾਈਕਲ ਹੈ। ਮੈਂ ਬੱਚਿਆਂ ਦੀ ਸਰਜਰੀ ਡਿਪਾਰਟਮੈਂਟ ਵਿੱਚ ਅਸਿਸਟੈਂਟ ਪ੍ਰੋਫੈਸਰ ਹਾਂ। ਸਰ, ਜਿਹੜਾ ਇਹ ਮਾਮਲਾ ਹੈ ਕਿਸ ਤਰ੍ਹਾਂ ਤੇ ਕੀ ਹੈ ਇਹਦੇ ਬਾਰੇ ਥੋੜ੍ਹਾ ਗਾਈਡ ਕਰੋ। ਇਹ ਬੱਚਾ ਸਾਡੇ ਕੋਲ ਆਇਆ ਰਾਤ ਨੂੰ। ਇਹਨੇ ਇੱਕ ਸੂਈ ਸਾਹ ਦੇ ਰਸਤੇ ਵਿੱਚ ਲੈ ਲਈ ਸੀ। ਜਦੋਂ ਆਇਆ ਤੇ ਇਹਨੂੰ ਉਲਟੀਆਂ ਕਾਫੀ ਆਈਆਂ ਤੇ ਸਾਹ ਦੇ ਵਿੱਚ ਵੀ ਥੋੜ੍ਹੀ ਪ੍ਰੋਬਲਮ ਸੀਗੀ। ਐਕਸਰੇ ਬਾਹਰੋਂ ਹੀ ਹੋ ਕੇ ਆਇਆ ਸੀ ਤਾਂ ਐਕਸਰੇ ਦੇ ਵਿੱਚ ਦਿਖ ਰਿਹਾ ਸੀ ਕਿ ਲੰਬੀ ਜਿਹੀ ਸੂਈ ਸੀ, ਜਿਹੜੀ ਕਿ ਸਾਨੂੰ ਸਾਹ ਦੇ ਰਸਤੇ ਵਿੱਚ ਦਿਖ ਰਹੀ ਸੀ, ਟ੍ਰੇਕੀਆ ਦੇ ਵਿੱਚ ਦਿਖ ਰਹੀ ਸੀ। ਫਿਰ ਅਸੀਂ ਦੂਰਬੀਨ ਦੇ ਨਾਲ ਬ੍ਰੌਂਕੋਸਕੋਪੀ ਜਿਹਨੂੰ ਅਸੀਂ ਕਹਿੰਦੇ ਬ੍ਰੌਂਕੋਸਕੋਪਿਕਲੀ ਉਸ ਨੂੰ ਰਿਮੂਵ ਕੀਤਾ। ਉਹ ਬੇਸਿਕਲੀ ਇੱਕ ਲੰਬੀ ਜਿਹੀ ਸੂਈ ਸੀ, ਉਹਦੇ ਐਂਡ ਦੇ ਵਿੱਚ ਇੱਕ ਪਲਾਸਟਿਕ ਬੀਡ ਸੀ ਜੋ ਕਿ ਟ੍ਰੇਕੀਆ ਦੇ ਵਿੱਚ ਸੀ, ਜਿਹਨੂੰ ਅਸੀਂ ਵਿੰਡ ਵਾਈਪ ਕਹਿੰਦੇ ਹਾਂ। ਤੇ ਸਰ ਇਹ ਆਪਰੇਟ ਕੀਤਾ ਗਿਆ? ਹਾਂਜੀ, ਆਪਰੇਟ ਦੂਰਬੀਨ ਦੇ ਨਾਲ ਅਸੀਂ ਸਾਹ ਦੇ ਰਸਤੇ ਵਿੱਚੋਂ ਇਹਨੂੰ ਦੂਰਬੀਨ ਦੇ ਨਾਲ ਦੇਖ ਕੇ ਉਸ ਦੂਰਬੀਨ ਦੇ ਨਾਲ ਹੀ ਕੱਢਤਾ। ਬਾਕੀ ਕੋਈ ਚੀਰਾ ਵਗੈਰਾ ਕੁਝ ਹੋਰ ਨਹੀਂ ਦਿੱਤਾ। ਨਹੀਂ, ਉਸ ਤੋਂ ਇਲਾਵਾ ਹੋਰ ਕੋਈ ਪਰਮਾਤਮਾ ਦਾ ਸ਼ੁਕਰ ਹੈ ਕਿ ਬੱਚਾ ਵੈਸੇ ਠੀਕ ਠਾਕ ਸੀ, ਕਿਉਂਕਿ ਜੇ ਸੂਈ ਤਿੱਖੀ ਸੀ ਕਈ ਵਾਰੀ ਹੋਰ ਵੀ ਅੱਗੇ ਜਾ ਸਕਦੀ ਸੀ ਤਾਂ ਉਹ ਔਖਾ ਹੋ ਜਾਂਦਾ। ਬਟ ਕੋਈ ਅੰਦਰ ਬਲੀਡਿੰਗ ਵਗੈਰਾ ਕੁਝ ਨਹੀਂ ਹੋਇਆ ਔਰ ਸਿੰਪਲੀ ਅਸੀਂ ਉਹਦੇ ਨਾਲ ਦੂਰਬੀਨ ਦੇ ਨਾਲ ਹੀ ਕੱਢ ਦਿੱਤਾ। ਤੇ ਸਰ ਆਪਰੇਸ਼ਨ ਹੋਇਆ ਕਿੰਨੇ ਘੰਟੇ ਦਾ ਜਾਂ ਕਿੰਨੇ ਟਾਈਮ? ਜ਼ਿਆਦਾ ਟਾਈਮ ਨਹੀਂ ਲੱਗਿਆ। ਆਪਰੇਸ਼ਨ ਜਿਹੜਾ ਸੀ ਉਹਨੂੰ ਜੋ ਪ੍ਰੋਸੀਜਰ ਹੋਇਆ 10 ਮਿੰਟ ਦੇ ਵਿੱਚ ਸੂਈ ਨੂੰ ਅਸੀਂ ਕੱਢ ਦਿੱਤਾ। ਸਰ ਪੋਜੀਸ਼ਨ ਕੀ ਸੀ ਬੱਚੇ ਦੀ ਜਦੋਂ ਤੁਹਾਡੇ ਕੋਲ ਲੈ ਕੇ ਆਏ? ਬੱਚੇ ਨੂੰ ਉਲਟੀਆਂ ਆ ਰਹੀਆਂ ਸੀ ਵਾਰ-ਵਾਰ ਔਰ ਪੇਨ ਹੋ ਰਹੀ ਸੀ ਉਹਨੂੰ ਔਰ ਸਾਹ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਸੀਗੀ। ਸਰ ਕੋਈ ਬਲੱਡ ਵਗੈਰਾ ਨਹੀਂ, ਕੋਈ ਬਲੱਡ ਨਹੀਂ ਨਿਕਲਿਆ ਸਰ। ਤੇ ਸਰ ਜਿਵੇਂ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੋਰ ਵੀ ਹੋਵੇ, ਹਾਂਜੀ, ਇਹ ਵੀਡੀਓ ਦੇਖਦਾ ਹੋਵੇ ਤੇ ਉਹਨਾਂ ਨੂੰ ਤੁਸੀਂ ਕੁਝ ਦੇਖੀਏ ਇੱਦਾਂ ਕਿ ਬੱਚਿਆਂ ਦਾ ਸਰਜਰੀ ਡਿਪਾਰਟਮੈਂਟ ਤੇ ਬੱਚਿਆਂ ਦੀ ਬ੍ਰੌਂਕੋਸਕੋਪੀ ਸਭ ਥਾਂ 'ਤੇ ਨਹੀਂ ਹੁੰਦੀ ਜੀ। ਸੋ ਜੇ ਕੋਈ ਦੇਖ ਰਿਹਾ ਤਾਂ ਔਰ ਇਹ ਕਈ ਵਾਰੀ ਇਹ ਤਾਂ ਛੋਟੀ ਪਤਲੀ ਚੀਜ਼ ਸੀਗੀ ਜਿਹੜੀ ਦੇ ਨਾਲ ਬੱਚੇ ਨੂੰ ਸਾਹ ਦੇ ਵਿੱਚ ਇੰਨੀ ਪਰੇਸ਼ਾਨੀ ਨਹੀਂ ਹੋਈ। ਕਈ ਵਾਰੀ ਜੇ ਤੁਸੀਂ ਦੇਖਿਆ ਜਾਵੇ ਤਾਂ ਬੀਜ ਹੋ ਜਾਣ, ਮੂੰਗਫਲੀ ਹੋ ਜਾਵੇ, ਸਰਦੀਆਂ ਦੇ ਵਿੱਚ ਮੂੰਗਫਲੀਆਂ ਲੈ ਲੈਂਦੇ ਬੱਚੇ, ਬੀਜ ਕਿਸੇ ਤਰੀਕੇ ਦਾ, ਕਈ ਵਾਰੀ ਅਨਾਰ ਦੇ ਦਾਣੇ ਲੈ ਲੈਂਦੇ ਆ, ਕਈ ਵਾਰੀ ਈਵਨ ਮਾਂ ਦੇ ਕੰਨਾਂ ਦੇ ਵਿੱਚੋਂ ਵਾੜੀਆਂ ਦੇ ਵਿੱਚੋਂ ਮੋਤੀ ਵੀ ਸਾਹ ਦੇ ਰਸਤੇ ਲੈ ਜਾਂਦੇ ਆ। ਉਦੋਂ ਕਿਉਂਕਿ ਉਹ ਮੋਟੇ ਹੁੰਦੇ ਤੇ ਉਹ ਸਾਹ ਦੇ ਰਸਤੇ 'ਚ ਜਾਂਦੇ ਤਾਂ ਉਹ ਰੁਕਾਵਟ ਪੈਦਾ ਕਰਦੇ। ਬੱਚੇ ਨੂੰ ਸਾਹ ਦੇ ਲੈਣ ਵਿੱਚ ਕਾਫੀ ਰੁਕਾਵਟ ਹੁੰਦੀ ਹੈ ਔਰ ਸੈਚੂਰੇਸ਼ਨ ਉਹਨਾਂ ਦੀ ਘੱਟ ਜਾਂਦੀ ਹੈ। ਉਹ ਐਮਰਜੈਂਸੀ ਦੇ ਵਿੱਚ ਸਾਨੂੰ ਕਰਨਾ ਪੈਂਦਾ। ਕਈ ਬੱਚੇ ਉਹ ਜਦੋਂ ਆਉਂਦੇ ਲੇਟ ਹੋ ਜਾਂਦੇ ਆ, ਉਹ ਸਹੀ ਟਾਈਮ 'ਤੇ ਪਹੁੰਚਦੇ ਵੀ ਨਹੀਂ ਔਰ ਕਈ ਦੀ ਜਾਨ ਵੀ ਜਾ ਸਕਦੀ ਇਸ ਤਰ੍ਹਾਂ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਬੱਚਿਆਂ ਵਾਸਤੇ ਕੋਈ ਵੀ ਜਗ੍ਹਾ ਸੇਫ ਨਹੀਂ ਗੀ। ਸੋ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਕੋਲ ਕੀ ਹੈ, ਕਿਉਂਕਿ ਬੱਚਿਆਂ ਨੇ ਜਿਹੜੀ ਚੀਜ਼ ਆਈ ਉਹਨਾਂ ਨੇ ਮੂੰਹ 'ਚ ਪਾ ਲੈਣੀ ਹੈ। ਔਰ ਛੋਟੇ ਬੱਚਿਆਂ ਦੇ ਵਿੱਚ ਖਾਂਸੀ ਦਾ ਰਿਫਲੈਕਸ, ਅਸੀਂ ਕੁਝ ਸਾਹ ਦੇ ਰਸਤੇ ਜਾ ਕੇ ਸਾਨੂੰ ਖੰਘ ਆਉਣ ਲੱਗ ਪੈਂਦੀ ਹੈ। ਛੋਟੇ ਬੱਚਿਆਂ ਦੇ ਵਿੱਚ ਇਹ ਚੀਜ਼ ਇੰਨੀ ਡਿਵੈਲਪ ਨਹੀਂ ਹੁੰਦੀ ਗੀ, ਉਹ ਸਾਹ ਦੇ ਰਸਤੇ ਲੈ ਜਾਂਦੇ ਆ। ਉਹ ਸਾਹ ਦੇ ਰਸਤੇ ਲੈ ਜਾਂਦੇ ਤਾਂ ਫਿਰ ਇਹ ਇੱਕ ਮੈਡੀਕਲ ਐਮਰਜੈਂਸੀ ਬਣ ਜਾਂਦੀ ਹੈ। ਉਹ ਕਈ ਵਾਰੀ ਬੱਚੇ ਬਚ ਵੀ ਨਹੀਂ ਪਾਉਂਦੇ। ਪਰ ਜੇ ਸਹੀ ਸਮੇਂ 'ਤੇ ਆ ਜਾਣ ਤਾਂ ਦੂਰਬੀਨ ਦੇ ਨਾਲ ਹੀ ਸਭ ਕੁਝ ਅਸੀਂ ਕਰ ਸਕਦੇ ਹਾਂ। ਔਰ ਯੂਜਲੀ ਅਸੀਂ ਸਾਲ ਦੇ ਵਿੱਚ 50 ਬ੍ਰੌਂਕੋਸਕੋਪੀਆਂ ਕਰਦੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ, ਪਰ ਪੰਜਾਬ ਤੋਂ ਈਵਨ ਸਾਡੇ ਕੋਲ ਹਿਮਾਚਲ ਤੋਂ ਵੀ ਪੇਸ਼ੈਂਟ ਆਉਂਦੇ ਆ, ਉੱਤਰਾਖੰਡ ਤੋਂ ਵੀ ਆਉਂਦੇ, ਜਿਨ੍ਹਾਂ ਦੇ ਵਿੱਚ ਅਸੀਂ ਦੂਰਬੀਨ ਦੇ ਨਾਲ ਫੋਰਨ ਬੋਡੀ 'ਚ ਰਿਮੂਵ ਕਰਦੇ ਹਾਂ। ਤੇ ਇਹਦਾ ਸਰ ਇਹਦਾ ਖਰਚਾ ਜ਼ਿਆਦਾ ਨਹੀਂ ਹੁੰਦਾ ਹੈਗਾ। ਮੁਸ਼ਕਿਲ ਦੇ ਨਾਲ 20,000 ਰੁਪਇਆ ਖਰਚਾ ਹੁੰਦਾ। ਉਹ ਡਿਪੈਂਡ ਕਰਦਾ ਕਿੰਨੇ ਕੁ ਦਿਨ ਪੇਸ਼ੈਂਟ ਰਹਿਣਾ ਪੈਂਦਾ। ਜੇ ਜਲਦੀ ਆ ਜਾਣ ਤਾਂ ਜ਼ਿਆਦਾ ਖਰਚਾ ਨਹੀਂ ਹੁੰਦਾ, ਥੋੜ੍ਹੀ ਜਿਹੀ ਸੋਜਿਸ਼ ਵੀ ਆ ਜਾਂਦੀ ਹੈ, ਲੇਕਿਨ ਇਹ ਕੋਈ ਜ਼ਿਆਦਾ ਐਕਸਪੈਂਸਿਵ ਪ੍ਰੋਸੀਜਰ ਨਹੀਂ। ਔਰ ਲਾਈਫ ਸੇਵਿੰਗ ਪ੍ਰੋਸੀਜਰ ਆ, ਉਹ ਐਮਰਜੈਂਸੀ 'ਚ ਕਰਨਾ ਹੀ ਹੁੰਦਾ, ਚਾਹੇ ਪੈਸੇ ਹੋਣ ਚਾਹੇ ਨਾ ਹੋਣ। ਉਹ ਤਾਂ ਬੱਚੇ ਦੀ ਜਾਨ ਬਚਾਉਣਾ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਪਰ ਇਹਦਾ ਖਰਚਾ ਕੋਈ ਜ਼ਿਆਦਾ ਨਹੀਂ ਹੈ। ਸੌਰੀ, ਹਾਂਜੀ, ਬੱਚੇ ਵੀ ਹੁਣ ਕਿਸ ਤਰ੍ਹਾਂ ਤੁਸੀਂ? ਬੱਚਾ ਠੀਕ ਠਾਕ, ਤੁਸੀਂ ਦੇਖ ਹੀ ਲਿਆ ਹੋਣਾ ਮੇਰੇ ਖਿਆਲ 'ਚ। ਠੀਕ ਹੈ, ਕੱਲ੍ਹ ਨੂੰ ਡਿਸਚਾਰਜ ਕਰ ਦਾਂਗੇ। ਔਰ ਫੈਮਿਲੀ ਹੁਣ ਹੈਪੀ ਹੈ? ਹਾਂਜੀ, ਤੁਸੀਂ ਬੱਚੇ ਪੇਰੈਂਟਸ ਵਾਸਤੇ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਨਹੀਂ ਹੁੰਦੀ। ਔਰ ਪੇਰੈਂਟਸ ਨੂੰ ਮੈਂ ਸਮਝਾਇਆ ਕਿ ਤੁਸੀਂ ਕੋਈ ਜਾਣ ਕੇ ਨਹੀਂ ਕਰਦਾ, ਬਟ ਇਹ ਚੀਜ਼ਾਂ ਅਵੋਇਡੇਬਲ ਆ। ਦੇਖੋ, ਕਿਸੇ ਨੂੰ ਬੁਖਾਰ ਹੋ ਜਾਵੇ
ਜਾਂ ਕੋਈ ਹੋਰ ਪ੍ਰੋਬਲਮ ਆ ਜਾਏ ਤਾਂ ਹਸਪੀਟਲ 'ਚ ਆਉਣਾ ਹੀ ਪੈਂਦਾ। ਜੀ। ਬਟ ਇਹ ਚੀਜ਼ਾਂ ਅਵੋਇਡੇਬਲ ਆ, ਸੋ ਧਿਆਨ ਰੱਖੋ। ਹੁਕਮ ਮੈਂ ਸਿੱਧਾ ਇਹਨਾਂ ਨੂੰ ਕਿਹਾ ਆਪਣੇ ਆਂਢ ਗੁਆਂਢ 'ਚ ਦੱਸੋ, ਬੱਚਿਆਂ ਤੋਂ ਇਹਨਾਂ ਚੀਜ਼ਾਂ ਤੋਂ ਦੂਰ ਰੱਖੋ ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਜਾਓ। ਤਾਂ ਬੱਚਾ ਵੀ ਪਰੇਸ਼ਾਨ ਹੁੰਦਾ, ਖਰਚਾ ਵੀ ਹੁੰਦਾ, ਤਾਂ ਇਹ ਅਵੋਇਡੇਬਲ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਬੱਚਿਆਂ ਨੂੰ ਸੇਫ ਰੱਖਿਆ ਜਾਵੇ ਤਾਂ ਜ਼ਿਆਦਾ ਬੈਟਰ ਰਹਿੰਦਾ। ਤੇ ਇੱਕ ਵਾਰੀ ਫਿਰ ਵੀ ਜੇ ਕੋਈ ਵੀਡੀਓ ਦੇਖਦਾ ਹੋਵੇਗਾ ਜੀ, ਹਾਂਜੀ। ਤੁਸੀਂ ਮੈਸੇਜ ਦੇਣਾ ਚਾਹੁੰਦੇ ਕੋਈ ਨਾ, ਇਹ ਹਸਪੀਟਲ ਦਾ ਨਾਮ ਵਗੈਰਾ ਸਾਰਾ ਕੁਛ? ਹਾਂਜੀ, ਜੇ ਕਿਸੇ ਬੱਚੇ ਨੂੰ, ਛੋਟੇ ਬੱਚੇ ਨੂੰ ਖਾਸ ਤੌਰ 'ਤੇ ਜੇ ਕੋਈ ਫੋਰਨ ਬੋਡੀ ਉਹਦੇ ਸਾਹ ਦੇ ਰਸਤੇ ਕੋਈ ਚਲੀ ਜਾਂਦੀ ਹੈ ਤਾਂ ਕਿਰਪਾ ਕਰਕੇ ਤੁਸੀਂ ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਡਿਪਾਰਟਮੈਂਟ ਆਫ ਪੀਡੀਆਟ੍ਰਿਕਸ ਸਰਜਰੀ, ਤੁਸੀਂ CMC ਦੇ ਵਿੱਚ ਆਓਗੇ ਤਾਂ ਸਾਡੇ ਕੋਲ ਸਭ ਸੁਵਿਧਾਵਾਂ ਅਵੇਲੇਬਲ ਆ। ਈਵਨ ਜੇ ਬੱਚੇ ਨੂੰ ਉਸ ਤੋਂ ਬਾਅਦ ICU ਦੀ ਵੀ ਲੋੜ ਪੈਂਦੀ ਹੈ ਤਾਂ ਬੱਚਿਆਂ ਦਾ ICU ਔਰ ਇੱਕ ਛੱਤ ਦੇ ਥੱਲੇ ਬੱਚਿਆਂ ਦੀ ਸੰਪੂਰਨ ਸੇਵਾਵਾਂ ਇੱਥੇ ਅਵੇਲੇਬਲ ਹੈ। ਜੇ ਕਿਸੇ ਨੂੰ ਵੀ ਪਤਾ ਲੱਗਦਾ ਤਾਂ ਪਲੀਜ਼ ਸਾਡੇ ਕੋਲ ਆਓ ਤਾਂ ਸਾਨੂੰ ਸੇਵਾ ਦਾ ਮੌਕਾ ਦਿਓ। जी ईशा भारती नाम है मेरा। ਕੀ ਮੈਟਰ ਕੀ ਹੋਇਆ जी 10 तारीख की सुबह 11 बजे मेरा बच्चा मेरे पास आया और अचानक से उल्टियाँ करने लगा। फिर मैंने इसके हाथ में धागे वाली रील देखी, उसमें एक और सुई लगी हुई थी। फिर मुझे शक हो गया कि ये शायद सुई निकल गया है। फिर हम इसे मतलब कोशिश किए कि शायद ये निकला हुआ है, लेकिन फिर भी मैंने उल्टियों को देखा, फिर भी उसमें कुछ भी नहीं निकला। फिर पॉटी के सहारे भी शायद निकल जाता है, उसमें भी नहीं निकला। फिर भी ये खेलता कूदता रहा, खाया पिया सोया सब कुछ किया। फिर अचानक से शाम 7 बजे फिर से इसने उल्टियाँ शुरू कर दिया। फिर हम इसे पास के ही डॉक्टर ENT स्पेशलिस्ट है उनसे दिखवाया। फिर उन्होंने एक्सरे लिखा, फिर पास के ही हॉस्पिटल में एक्सरे कराया। फिर वहाँ भी नीडल आया एक्सरे में। फिर हम इसे लेकर लुधियाने आ गए DMC। वहाँ उन्होंने वहाँ से यहाँ पे रेफ़र किया, बोले कि वहाँ ब्रोंकोस्कोपी यहीं पे होती है। फिर डॉक्टर ने यहाँ पे ऑपरेट किया और फिर उसे वो निकाल दिया। कितने साल का लड़का है? ये 2 साल 4 महीने का है। 2 साल के लड़के बच्चे हैं। का नाम क्या है? साकेत कुमार। आप कहाँ से आए हैं? जी मैं बरनाले से। क्या मैसेज देना चाहते हो जो छोटे बच्चे हैं जो ऐसा गलती से, चलो जी मैं आप सभी माता पिताओं से यही अनुरोध करती हूँ कि अब आसपास जो भी चीज़ नुकीली चीज़ है बच्चों के, वो सब दूर कर दें उनसे, ताकि बच्चा स्वस्थ रहे हमारा, इन सब चीज़ों से बच जाए। जो हाल मेरा बच्चा का हुआ है वो किसी बच्चे को ना हो। भगवान की दया से मेरा बच्चा अभी स्वस्थ है। जब आप हॉस्पिटल में आए तो डॉक्टर ने कितने टाइम में बच्चे को मतलब ठीक कर दिया? जी बस 1.5 घंटे के अंदर में सब कुछ ठीक हो गया। और आप डॉक्टरों को कुछ कहना चाहते हो आप? जी मैं बहुत धन्यवाद कहना चाहती हूँ। वो लोग तो भगवान ही हैं जो मेरे बच्चे को बचा लिए। उन सब का बहुत बहुत शुक्रिया अदा करना चाहती हूँ। अब आप खुश हो? जी बहुत खुश। मेरा नाम सुजीत कुमार है। कौन सी जगह से आए हो? मैं बरनाला से आया हूँ। क्या मैटर क्या था? वो एक्चुअली घर से फ़ोन आया था कि बच्चा उल्टी कर रहा है। तो उसके बाद सब कुछ उन्होंने कहा कि नहीं अब ठीक है, बच्चा खेलने कूदने लगा, खाना वाना खाया सोया। फिर जब मैं शाम को घर पहुंचा तो फिर देखा कि फिर से उल्टी कर रहा है। फिर हमने सोचा कि अगर, क्योंकि इसने हाथ में रोल देखी थी, वो धागे वाली रोल, फिर डर लगा हमें कि कोई सुई हुई ना हो, तो हमने तुरंत उसमें पे ENT स्पेशलिस्ट को दिखाया। उन्होंने कहा कि गले में तो कुछ दिख नहीं रहा, आप जो है मैं एक्सरे लिख देता हूँ, आप एक्सरे करवाइए। एक्सरे जब हमने करवाया तो उसमें जो है सुई दिखी हमें। तो डॉक्टर ने भी हमें सलाह दी कि इसमें जो है सुई निकालनी तो पड़ेगी, क्योंकि नुकीली चीज़ है, कहीं भी ऊपर नीचे दाएं बाएं हो सकती है, बॉडी को नुकसान पहुंचा सकती है। उन्होंने कहा कि यहाँ तो कोई फैसिलिटी है नहीं, तो आप DMC लुधियाना चले जाइए। DMC गए हम, वहाँ पे भी डॉक्टर ने बहुत सहयोग किया। उन्होंने भी बढ़िया से इसको एक्सरे निकाल के देखा तो वहाँ पे सुई की डायरेक्शन चेंज हो गई थी। तो इससे उन्होंने देख के बताया कि ये जो है विंड पाइप में है, और उन्होंने हमें ये बताया कि विंड पाइप में है और उसके लिए ब्रोंकोस्कोपी होती है। उसकी फैसिलिटी जो है CMC लुधियाना में उन्होंने हमें यहाँ रेफ़र किया। हमें यहाँ है, फिर से यहाँ पे डॉक्टर ने ये देखने के लिए कि सुई कहाँ मूव हुई है, दोबारा एक्सरे करवाया, और फिर जो है उन्होंने इसको ऑपरेट करना सही समझा और उन्होंने हमें ऑपरेट करने के लिए कहा। और रात में जो है लगभग 1.5 से पौने 2 में ऑपरेट हो गया ये। उस समय सुई निकल गई। फिर उन्होंने कहा कि कुछ देर के लिए आप यहाँ रहो, बट्टे को ऑब्जर्व करेंगे हम, कोई दिक्कत तो नहीं होती है इसको।